ਫਿਰ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਹੈ ਨਾ ਕਿ ਸਾਡੇ ਕੋਲ ਜ਼ਿਆਦਾ ਫਿਲਹਾਲ ਕੋਈ ਜਥੇਦਾਰ ਬਣਨ ਦੇ ਯੋਗ ਬੰਦਾ ਹੀ ਨਹੀਂ। ਜਦੋਂ ਤੁਸੀਂ ਆਪਣਿਆਂ ਨੂੰ ਸਜ਼ਾ ਦੇਣੀ ਹੁੰਦੀ ਹੈ ਉਦੋਂ ਤਾਂ ਕਿਹਾ ਜਾਂਦਾ ਕਿ FIR ਨਹੀਂ ਹੋਣੀ ਚਾਹੀਦੀ। ਅਦਾਲਤ ਕਹਿ ਦੇ ਕਿ ਤੂੰ ਕੀਤੀ ਤਾਂ 10,000 ਦੀ ਚੋਰੀ ਹੈ, ਤੈਨੂੰ 5 ਰੁਪਏ ਜੁਰਮਾਨਾ ਲਾਤਾ। ਤੁਹਾਡੇ ਸਾਹਮਣੇ ਕੋਈ ਪੁਲਿਸ ਵਾਲਾ ਜੇ ਬੇਅਦਬੀ ਕਰਦਾ ਹੈ, ਕਿਸੇ ਦੀ ਪੱਗ ਉਤਾਰਦਾ, ਤਾਂ ਉਹ ਵੀ ਕੀ ਚੀਜ਼ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਜੇ ਯੋਗਤਾ ਰੱਖਦੇ ਨੇ ਫਿਰ ਇਹਨਾਂ ਨੂੰ ਜਥੇਦਾਰ ਕਿਉਂ ਨਹੀਂ ਬਣਾਇਆ ਜਾ ਰਿਹਾ। ਹਰ ਇੱਕ ਸਿੱਖ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਜੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ, ਸਾਰਾ ਕੁਝ ਹੋਈ ਜਾ ਰਿਹਾ, ਕੀ ਬਦਲਾ ਹੈ। ਪਹਿਲਾਂ ਬੇਅਦਬੀਆਂ ਹੋਈਆਂ ਨੇ, ਉਹਨਾਂ ਦੇ ਉੱਤੇ ਤੁਸੀਂ ਕੀ ਕਰ ਲਿਆ। ਜਾਂ ਤਾਂ ਕਾਰਜਕਾਰੀ ਹਟਾ ਕੇ ਪ੍ਰੋਪਰ ਇਹਨਾਂ ਨੂੰ ਜਥੇਦਾਰੀ ਲਾਇਆ ਜਾਵੇ, ਇਹਨਾਂ ਦੇ ਨਾਂ ਤੋਂ ਅੱਗੋਂ ਕਾਰਜਕਾਰੀ ਹਟਾਇਆ ਜਾਵੇ। ਇੱਕ ਪਾਸੇ ਤਾਂ ਉਦਾਹਰਨਾਂ ਦਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਤੀ ਜੀ। ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਆਪਣਾ, ਜੇ ਤੁਸੀਂ ਸਮਝਦੇ ਹੋ ਕਿ ਮੇਰਾ ਰੁਤਬਾ ਹੈਗਾ ਤਾਂ ਆਪਣੇ ਰੁਤਬੇ ਦਾ ਪ੍ਰਯੋਗ ਕਰਨਾ ਸਿੱਖੋ ਪਹਿਲਾਂ। ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਖਬਰਾਂ ਟੌਪ ਦੀਆਂ ਦੇਖ ਰਹੇ ਹੋ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਸਾਡੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਬੇਵੱਸ ਨਜ਼ਰ ਆ ਰਹੇ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ, ਜਿਵੇਂ ਆਪਾਂ ਦੇਖਿਆ ਕਿ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਇੱਕ ਵਿਅਕਤੀ ਨੇ ਕੀਤੀ। ਉਸ ਮਾਮਲੇ ਵਿੱਚ ਵੀ ਜਥੇਦਾਰ ਸਾਹਿਬ ਦਾ ਬੜਾ ਮਤਲਬ ਕਿ ਬੇਵੱਸੀ ਵਾਲਾ ਬਿਆਨ ਨਜ਼ਰ ਆਇਆ। ਤੇ ਇਸ ਤੋਂ ਇਲਾਵਾ ਜਿਹੜੀ ਆਪਾਂ ਪਾਇਲ ਥਾਣੇ ਤੁਸੀਂ ਦੇਖਿਆ ਕਿ ਉੱਥੇ ਪੁਲਿਸ ਵਾਲਿਆਂ ਨੇ ਜਿਵੇਂ ਦਸਤਾਰ ਦੀ ਪੱਗਾਂ ਰੋਲ ਦਿੱਤੀਆਂ, ਕਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਸਿੱਖਾਂ ਦੀ, ਤੇ ਉਹ ਸਾਰਾ ਮਾਮਲਾ ਵੀ ਜਿਹੜਾ ਜਥੇਦਾਰ ਸਾਹਿਬ ਇਹਨਾਂ ਮਾਮਲਿਆਂ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ ਬੇਵੱਸ ਜੇ ਨਜ਼ਰ ਆਏ ਨੇ। ਸੋ ਪਰਮਿੰਦਰ ਸਿੰਘ ਜੀ, ਇਹਨੂੰ ਕਿੱਦਾਂ ਦੇਖਦੇ ਹੋ? ਆਪਾਂ ਜੇ ਬੇਅਦਬੀ ਵਾਲੇ ਮਸਲੇ ਤੇ ਪਹਿਲਾਂ ਜਾਈਏ ਕਿ ਬੇਅਦਬੀ ਦਾ ਮਸਲਾ, ਜਥੇਦਾਰ ਸਾਹਿਬ ਦਾ ਜੋ ਬਿਆਨ ਸਾਹਮਣੇ ਆਇਆ ਉਹ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਜਥੇਦਾਰ ਸਾਹਿਬ ਦੇ ਹੱਥਾਂ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ। ਉਹਨਾਂ ਦਾ ਸਿੱਧਾ ਬਿਆਨ ਆ ਰਿਹਾ ਹੈ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦਾ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਦੋਸ਼ੀਆਂ ਨੂੰ ਬਚਾ ਰਿਹਾ ਹੈ। ਆਪਾਂ ਇਹ ਕੁਐਸਚਨ ਉਹਨਾਂ ਨੂੰ ਕਰਨਾ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬ ਪਹਿਲਾਂ ਕਿਹਨੇ ਬਚਾਇਆ? ਇਹ ਪਹਿਲੀ ਵਾਰ ਬੇਅਦਬੀ ਹੋਈ ਆ? ਬਿਲਕੁਲ, ਪਹਿਲਾਂ ਬੇਅਦਬੀਆਂ ਹੋਈਆਂ ਨੇ, ਉਹਨਾਂ ਦੇ ਉੱਤੇ ਤੁਸੀਂ ਕੀ ਕਰ ਲਿਆ। ਜੇ ਤੁਸੀਂ ਕੁਝ ਕਰ ਸਕਦੇ ਹੁੰਦੇ ਤਾਂ ਆਹ ਮੌਕਾ ਹੀ ਨਹੀਂ ਸੀ ਆਉਣਾ। ਬਿਲਕੁਲ, ਤੇ ਜਦੋਂ ਕਿਤੇ ਪਹਿਲੀ ਵਾਰ ਬੇਅਦਬੀ ਹੋਈ ਸੀ ਜੀ, ਉਦੋਂ ਹੀ ਐਕਸ਼ਨ ਲਿਆ ਜਾਂਦਾ। ਹੁਣ ਤੁਸੀਂ ਕੀ ਕਰਦੇ ਹੋ? ਤਨਖਾਹ ਲਾ ਦਿਓ ਜੀ, ਕੋਈ ਆ ਗਿਆ, ਹੁਣ ਵੀ ਤਨਖਾਹ ਲੱਗੀਆਂ ਨੇ, ਸਜ਼ਾ ਹੋ ਗਈ ਜੀ ਪੂਰੀ। ਆਹ ਕੋਈ ਸਜ਼ਾ ਹੈ? ਬਿਲਕੁਲ। ਜਿਨ੍ਹਾਂ ਤੋਂ ਇਨਸਾਫ ਮੰਗਣ ਜਾਓਗੇ ਉਹ ਤੇ ਆਪ ਕਹਿਣਗੇ ਵੀ ਤੁਸੀਂ ਦੱਸੋ ਵੀ ਤੁਸੀਂ 267 ਸਰੂਪ ਜਾਂ ਹੋਰ ਜਿਹੜੇ ਵੱਧ ਸਰੂਪ ਲਾਪਤਾ ਹੋਏ ਜਾਂ ਜੋ ਕੁਝ ਹੋਇਆ ਖੁਰਦ-ਬੁਰਦ ਕੀਤੇ ਗਏ ਉਹਨਾਂ 'ਚ ਕੀ ਕੀਤਾ। ਇਸੇ ਲਈ ਫਿਰ ਪ੍ਰਸ਼ਾਸਨੀ ਅਧਿਕਾਰੀਆਂ ਤੇ ਇਹ ਸਵਾਲ ਆਪ ਚੁੱਕਦੇ ਨੇ, ਉਹ ਇਹਨਾਂ ਤੇ ਚੁੱਕਣਗੇ ਹੀ। ਪਹਿਲੀ ਤਾਂ ਗੱਲ ਹੈ, ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਇੱਕ ਸਿੱਖਾਂ ਦੀ ਜਿਹੜੀ ਹੈਗੀ ਆ ਸੰਸਥਾ ਹੈਗਾ, ਇਹ ਸਮਰੱਥ ਹੈ। ਜਦੋਂ ਤੁਸੀਂ ਆਪਣਿਆਂ ਨੂੰ ਸਜ਼ਾ ਦੇਣੀ ਹੁੰਦੀ ਹੈ ਉਦੋਂ ਤਾਂ ਕਿਹਾ ਜਾਂਦਾ ਕਿ FIR ਨਹੀਂ ਹੋਣੀ ਚਾਹੀਦੀ। FIR ਕਰਨ ਦਾ ਮਨ ਬਦਲ ਲਿਆ ਜੀ। ਉਦੋਂ ਕਿਉਂ ਨਹੀਂ ਦਬਾਅ ਬਣਾਇਆ ਜਾਂਦਾ ਕਿ FIR ਦਾ ਮਸਲਾ ਹੋਣਾ ਚਾਹੀਦਾ? ਅੱਜ ਕਿਉਂ FIR ਦਾ ਮਸਲਾ ਹੋ ਰਿਹਾ? ਫਿਰ ਜਦੋਂ ਤੁਸੀਂ ਸਮਰੱਥ ਹੋ ਸਾਰਾ ਕੁਝ ਕਰਨ ਦੇ ਤਾਂ ਤੁਸੀਂ ਕਰਦੇ ਕਿਉਂ ਨਹੀਂ? ਹੁਣ ਕਿਉਂ ਪ੍ਰਸ਼ਾਸਨ ਵੱਲੋਂ ਦੇਖ ਰਹੇ ਹੋ? ਵੀ ਹੁਣ ਵੀ ਦੇਖੋ, ਜੇ ਹੁਣ ਇੱਕ ਛੋਟੀ ਜਿਹੀ ਗੱਲ ਕਰਦੇ ਆ ਕਿ ਜੇ ਇੱਕ ਚੋਰੀ ਕਰਨ ਵਾਲੇ ਬੰਦੇ ਨੂੰ ਅਦਾਲਤ ਕਹਿ ਦੇ ਕਿ ਤੂੰ ਕੀਤੀ ਤਾਂ 10,000 ਦੀ ਚੋਰੀ ਹੈ, ਤੈਨੂੰ 5 ਰੁਪਏ ਜੁਰਮਾਨਾ ਲਾਤਾ, ਅੱਗੇ ਤੋਂ ਨਾ ਕਰੀ, ਉਹ ਛੱਡ ਦੂ ਚੋਰੀ। ਇਹ ਐਡਾ ਵੱਡਾ ਗੰਭੀਰ ਮਸਲਾ, ਐਡਾ ਵੱਡਾ ਗੰਭੀਰ ਅਪਰਾਧ ਹੈ ਇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ। ਤੇ ਤੁਸੀਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਗਾਇਬ ਹੋਣਾ, ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦਾ ਗਾਇਬ ਹੋਣਾ, ਜਾਂ ਕਿਤੇ ਵੇਚੇ ਜਾਣਾ, ਜਾਂ ਕੁਛ ਵੀ ਹੈ ਉਹਨਾਂ ਨਾਲ ਸੰਬੰਧਿਤ ਕੋਈ ਵੀ ਛੇੜਛਾੜ ਦਾ ਮਾਮਲਾ ਹੈ ਤਾਂ ਉਹ ਗੰਭੀਰ ਅਪਰਾਧ ਆ। ਤੇ ਉਹਦੇ ਲਈ ਤੁਸੀਂ ਤੁੱਛ ਮਾਤਰ ਸੇਵਾ ਜੀ ਲਾ ਕੇ ਤੁਸੀਂ ਕਹਿ ਦਿੰਦੇ ਹੋ ਜੀ ਸਜ਼ਾ ਦੇਤੀ, ਗੱਲ ਖਤਮ ਹੈ। ਉਹ ਤਾਂ ਤੁਸੀਂ ਉਹਨਾਂ ਨੂੰ ਕਹਿ ਲਓ ਵੀ ਉਤਸ਼ਾਹਿਤ ਕਰਤਾ ਉਹਨਾਂ ਨੂੰ ਵੀ ਕੋਈ ਕਰ ਲਓ ਹੋਰ। ਇੱਥੇ ਆ ਕੇ ਤੁਸੀਂ ਕਹਿ ਕਿ ਅਸੀਂ ਬੇਬਸ ਹਾਂ ਜੀ, ਪ੍ਰਸ਼ਾਸਨ ਬਚਾ ਰਿਹਾ। ਪ੍ਰਸ਼ਾਸਨ ਤਾਂ ਬਚਾ ਰਹੇ ਨੇ ਜੇ ਤੁਸੀਂ ਢਿੱਲੇ ਹੋ। ਪਹਿਲੇ ਦਿਨ ਤੋਂ ਹੀ ਕਾਰਵਾਈ ਕਰੀ ਹੁੰਦੀ, ਜਿਹੜੇ ਬੰਦੇ ਨੇ ਬੇਅਦਬੀ ਕੀਤੀ ਸੀ ਉਹਨੂੰ ਅੰਦਰ ਕਰਾਇਆ ਹੁੰਦਾ, ਹੁਣ ਜੇਲ੍ਹ ਕੱਟ ਰਿਹਾ ਹੁੰਦਾ ਤਾਂ ਦੂਜੇ ਹੌਸਲਾ ਹੀ ਨਾ ਪੈਂਦਾ ਕਿਸੇ ਦਾ। ਇਸ ਲਈ ਜਥੇਦਾਰ ਸਾਹਿਬ ਦੀ ਕਾਰਜਸ਼ੈਲੀ ਦੇ ਸਵਾਲ ਉੱਠਦੇ ਨੇ ਨਾ ਕਿ ਆਖਿਰਕਾਰ ਲਾਚਾਰ ਕਿਉਂ ਹੋ ਗਏ, ਪਿੱਛੋਂ ਕੌਣ ਚਲਾਉਂਦਾ ਗੱਲ। ਫਿਰ ਉੱਥੇ ਹੀ ਕਹਿੰਦੇ ਕਿ ਲੱਗਦਾ ਕਿ ਗਿਆਨੀ ਗੁਰਬਚਨ ਸਿੰਘ ਵਾਲਾ ਦੌਰ ਹੀ ਫਿਰ ਦੁਬਾਰਾ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਕਾਰਜਕਾਰੀ ਜਥੇਦਾਰ ਸਾਹਿਬ ਜਿਹੜੇ ਨੇ ਉਹ ਪਿੱਛੋਂ ਫੈਸਲੇ ਲੈ ਕੇ ਆਉਂਦੇ ਨੇ। ਜਥੇਦਾਰ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਕਿ ਇਕੱਲੇ ਬਿਆਨਬਾਜ਼ੀ ਨਾਲ ਕੁਝ ਨਹੀਂ ਹੋਣਾ। ਤੁਸੀਂ ਬਿਆਨਬਾਜ਼ੀ ਤਾਂ ਸਿਆਸੀ ਪਾਰਟੀਆਂ ਕਰੀ ਜਾਂਦੀਆਂ ਨੇ, ਸਿਆਸੀ ਲੋਕ ਕਰੀ ਜਾਂਦੇ ਨੇ, ਇਹਨਾਂ ਨੇ ਕਿਹੜਾ ਰੁਖ ਬਦਲਤੇ।
ਕਿਹੜੀਆਂ ਇਹਨਾਂ ਨੇ ਆਪਾਂ ਕਹਿ ਲਓ ਕਿ ਇਹਨਾਂ ਦੀਆਂ ਤਕਰੀਰਾਂ ਨੇ ਸਮਾਜ ਨੂੰ ਚੇਂਜ ਕਰਤਾ। ਉਹੀ ਤਕਰੀਰਾਂ ਨੇ ਅੱਜ ਤੱਕ, ਜਿਹਨੂੰ ਮਰਜ਼ੀ ਸੁਣ ਲਓ, 50 ਮੀਟਿੰਗਾਂ 'ਚ ਜਾਓਗੇ ਸੇਮ ਵਰਡਿੰਗ ਹੋ ਜਾਂਦੀ ਹੈ। ਬਿਲਕੁਲ ਯਾਦ ਕਰੀ ਹੁੰਦੇ ਜਿਵੇਂ ਤਕਰੀਰ, ਉੱਦਾਂ ਇਹ ਬਿਆਨਬਾਜ਼ੀਆਂ ਤੱਕ ਸੀਮਿਤ ਹੋ ਗਏ ਆ। ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਆਪਣਾ, ਜੇ ਤੁਸੀਂ ਸਮਝਦੇ ਹੋ ਕਿ ਮੇਰਾ ਰੁਤਬਾ ਹੈਗਾ ਹੈ, ਤਾਂ ਆਪਣੇ ਰੁਤਬੇ ਦਾ ਪ੍ਰਯੋਗ ਕਰਨਾ ਸਿੱਖੋ ਪਹਿਲਾਂ। ਅਕਸਰ ਨੂੰ ਸੁਧਾਰਨ ਲਈ ਉਹੀ ਲੋਕਾਂ ਦੇ ਵਿੱਚ ਵੀ ਇਹੀ ਚਰਚਾ ਕਿ ਬੇਤੁਕੀ ਜੀ ਬਿਆਨਬਾਜ਼ੀ ਹੈ ਜਦੋਂ ਅਖਬਾਰਾਂ ਵਿੱਚ ਆਉਂਦੀ ਹੈ ਕਿ ਪ੍ਰਸ਼ਾਸਨ ਜਿਹੜਾ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਹੱਥ ਬੰਨੇ ਦਿਖਾ ਦਿੰਦੇ ਨੇ ਕਿ ਸਾਡੇ ਤਾਂ ਜੀ ਹੱਥ ਬੰਨੇ ਨੇ। ਇਹੀ ਹਾਲ ਜੇ ਆਪਾਂ ਇਹਨੂੰ, ਮੈਂ ਪਾਇਲ ਵਾਲੇ ਥਾਣੇ ਤੇ ਵੀ ਹੁੰਨਾ, ਉਹ ਵੀ ਨਾਲ ਜੋੜੀਏ ਆਪਾਂ ਵੀ ਪਾਇਲ ਥਾਣੇ ਵਿੱਚ ਦੇਖੋ ਬਾਹਰ ਕੀ ਕੁਝ ਹੋਇਆ, ਕਿਵੇਂ ਲੱਤਾਂ ਮਾਰੀਆਂ ਗਈਆਂ ਪੱਗਾਂ ਨੂੰ, ਕੀ ਕੁਝ, ਕਿਵੇਂ ਬਜ਼ੁਰਗ ਦੀ ਕੁੱਟਮਾਰ ਹੋ ਰਹੀ ਹੈ। ਉੱਥੇ ਕਿਉਂ ਨਹੀਂ ਬੋਲਿਆ ਗਿਆ? ਐਕਸ਼ਨ ਉੱਥੇ ਵੀ ਲੈ ਲੈਂਦੇ ਤਾਂ ਕਿ ਪਤਾ ਲੱਗ ਜਾਂਦਾ ਕਿ ਜਥੇਦਾਰ ਸਾਹਿਬ ਕੋਈ ਜਿਵੇਂ ਬਾਕੀ ਕਹਿੰਦੇ ਨੇ ਕਿ ਲੱਤਾਂ ਜਿਹੜੀਆਂ ਉਹ ਭਾਰ ਝੱਲਣ ਜੋਗੀਆਂ ਹੈਗੀਆਂ ਜਾਂ ਨਹੀਂ ਹੈਗੀਆਂ। ਉਹੀ ਗੱਲ ਕਰਦਾ, ਇੱਕ ਪਾਸੇ ਤਾਂ ਉਦਾਹਰਨਾਂ ਦਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਤੀ ਜੀ, ਠੀਕ ਹੈ ਜੀ। ਜਦੋਂ ਗੱਲ ਕਰਦੇ ਆ ਜਥੇਦਾਰੀ ਦੀ, ਵੀ ਜਥੇਦਾਰ ਦੀ ਹੈਸੀਅਤ ਕੀ ਹੁੰਦੀ ਹੈ, ਤਾਂ ਪਾਵਰ ਕੀ ਆ, ਉੱਥੇ ਇੱਕ ਹੁਕਮਰਾਨ ਨੂੰ ਸਜ਼ਾ ਲਾਉਣ ਦੀ ਵੀ ਗੱਲ ਹੁੰਦੀ ਆ, ਠੀਕ ਹੈ। ਦੱਸਿਆ ਜਾਂਦਾ ਵੀ ਕੀ ਹੋਇਆ ਸੀ, ਇਤਿਹਾਸ ਦੀ ਗੱਲ ਸੁਣਾਈ ਜਾਂਦੀ, ਸਭ ਨੂੰ ਪਤਾ ਹੀ ਆ। ਤੇ ਦੂਜੇ ਪਾਸੇ ਇਹ ਕਹਿੰਦੇ ਨੇ ਪ੍ਰਸ਼ਾਸਨ ਫਲਾਣੇ ਦੋਸ਼ੀ ਨੂੰ ਬਚਾ ਰਿਹਾ। ਤੁਹਾਡੇ ਸਾਹਮਣੇ ਪ੍ਰਸ਼ਾਸਨ ਕੀ ਚੀਜ਼ ਆ? ਤੁਹਾਡੇ ਸਾਹਮਣੇ ਕੋਈ ਪੁਲਿਸ ਵਾਲਾ ਜੇ ਬੇਅਦਬੀ ਕਰਦਾ ਹੈ, ਕਿਸੇ ਦੀ ਪੱਗ ਉਤਾਰਦਾ, ਤਾਂ ਉਹ ਵੀ ਕੀ ਚੀਜ਼ ਹੈ? ਉਹਦੇ ਤੇ ਵੀ ਕਾਰਵਾਈ ਕਰੋ। ਆਓ ਲੀਗਲੀ ਤੌਰ ਤੇ ਜਿਹੜੀ ਗੱਲ ਗਲਤ ਹੈ, ਮਰਿਆਦਾਵਾਂ ਦਾ ਘਾਣ ਹੋ ਰਿਹਾ ਹੈ, ਚਾਹੇ ਉਹ ਕੇਸਾਂ ਦੀ ਬੇਅਦਬੀ ਹੋ ਰਹੀ ਹੈ, ਚਾਹੇ ਦਸਤਾਰ ਦੀ ਹੋ ਰਹੀ ਹੈ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਹੈ ਤਾਂ ਸਿੱਖ ਧਰਮ ਦੇ ਸਾਰੇ ਹੀ ਸਿੱਖ ਧਰਮ ਦੀਆਂ ਮਰਿਆਦਾਵਾਂ ਨੇ, ਸਿੱਖ ਧਰਮ ਦੇ ਗੁਰੂ ਨੇ। ਜੇ ਇਹਨਾਂ ਦੇ ਉੱਤੇ ਤੁਸੀਂ ਐਕਸ਼ਨ ਨਹੀਂ ਲੈ ਸਕਦੇ, ਤੁਸੀਂ ਪ੍ਰਸ਼ਾਸਨ ਵੱਲ ਦੇਖ ਰਹੇ ਹੋ, ਫਿਰ ਤੁਹਾਡੀ ਸੰਸਥਾ ਦਾ ਜਾਂ ਤੁਹਾਡੇ ਅਹੁਦੇ ਦਾ ਮਤਲਬ ਕੀ ਰਹਿ ਜਾਂਦਾ? ਮਤਲਬ ਕੀ? ਬਿਲਕੁਲ ਇਹੀ ਸਵਾਲ ਜਿਹੜਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਵੀ ਚੁੱਕਿਆ ਕੁਝ ਦਿਨ ਪਹਿਲਾਂ। ਕਹਿੰਦੇ ਤੁਸੀਂ ਉਹਨਾਂ ਨੂੰ ਜਿਹੜਾ ਤਨਖਾਹ ਦਾ ਕਰਾਰ ਦੇਤਾ ਕਿ ਇਹਨਾਂ ਨੂੰ ਤਨਖਾਹ ਲਾ ਦਿੱਤੀ, ਭਾਵੇਂ ਲੋਂਗੋਵਾਲ ਨੂੰ ਲਾਈ ਜਾਂ ਹੋਰ ਨਵੇਂ ਪੁਰਾਣੇ ਮੈਂਬਰਾਂ ਨੂੰ ਲਾਈ। ਸੋ ਬਿਲਕੁਲ ਪਰਮਿੰਦਰ ਜੀ, ਆਪਾਂ ਜੇ ਇੱਥੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਿਆਨ ਵੀ ਨਾਲ ਜੋੜੀਏ, ਉਹਨਾਂ ਨੇ ਇੱਕ ਵੀਡੀਓ ਨਸ਼ਰ ਕੀਤੀ, ਉਹਨਾਂ ਨੇ ਕਿਹਾ ਕਿ ਤਨਖਾਹ ਤਾਂ ਲਾ ਦਿੱਤੀ ਤੇ ਤੁਸੀਂ ਕਹਿੰਦੇ ਰਹਿੰਦੇ ਹੋ, ਰੌਲਾ ਪਾਉਂਦੇ ਰਹਿੰਦੇ ਹੋ ਕਿ ਸਾਨੂੰ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਨੌਜਵਾਨੋ ਸਾਡੇ ਨਾਲ ਜੁੜੋ, ਤੇ ਨੌਜਵਾਨ ਵੀ ਹੁਣ ਸਵਾਲ ਪੁੱਛਦੇ ਨੇ ਕਿ ਤੁਹਾਡੇ ਨਾਲ ਕਿੱਦਾਂ ਜੁੜ ਜਾਈਏ? ਜਿਹੋ ਜਿਹੇ ਤੁਸੀਂ ਕਰਤੂਤਾਂ ਕਰ ਰਹੇ ਹੋ, ਜਿਹੜੀਆਂ ਅਕਾਲ ਤਖਤ ਸਾਹਿਬ ਤੋਂ ਜਿਹੋ ਜਿਹੇ ਫੈਸਲੇ ਹੋ ਰਹੇ ਨੇ, ਕਦੇ ਗਾਇਬ ਹੋ ਗਏ ਸਰੂਪ, ਕਦੇ ਖੁਰਦ-ਬੁਰਦ ਹੋ ਗਏ, ਕਦੇ ਜੀ ਕੁਝ ਹੋਇਆ ਹੀ ਨਹੀਂ, ਕਦੇ ਜੀ ਅੰਕੜਿਆਂ 'ਚ ਹੇਰ-ਫੇਰ ਹੋ ਗਿਆ, ਉਹਨਾਂ ਨੇ ਵੀ ਸਵਾਲ ਚੁੱਕੇ ਨੇ, ਫਿਰ ਤਾਂ ਉਹ ਵੀ ਜਾਇਜ਼ ਨੇ। ਬਿਲਕੁਲ, ਦੇਖੋ ਜਾਇਜ਼ ਜਿਹੜੀ ਗੱਲ ਠੀਕ ਹੈ ਉਹ ਤਾਂ ਠੀਕ ਹੀ ਹੈ ਸੁਖਵਿੰਦਰ। ਉਹਨੂੰ ਕਦੋਂ ਗਲਤ ਸਾਬਤ ਕਰਨ ਲਈ ਤੁਸੀਂ ਕਰੋਗੇ ਕੀ? ਇਹ ਤਾਂ ਗੱਲ ਹਰ ਇੱਕ ਬੰਦਾ ਪੁੱਛਦਾ ਹੈ, ਹਰ ਇੱਕ ਸਿੱਖ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਜੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ, ਸਾਰਾ ਕੁਝ ਹੋਈ ਜਾ ਰਿਹਾ, ਕੀ ਬਦਲਾ ਹੈ ਸਿਸਟਮ 'ਚ? ਕਿੱਥੇ ਚੇਂਜ ਆਈ ਹੈ? ਜੇ ਤੁਸੀਂ ਕਹਿੰਦੇ ਹੋ ਮੈਂ PhD ਆ, ਮੈਂ ਪੜ੍ਹਿਆ ਲਿਖਿਆ, ਜਾਂ ਮੈਂ ਕਿਸੇ ਦੇ ਦਬਾਅ 'ਚ ਨਹੀਂ ਕੰਮ ਕਰ ਰਿਹਾ, ਮੈਂ ਸਿਰਮੌਰ ਸੰਸਥਾ ਦਾ ਕਾਰਜਕਾਰੀ ਜਥੇਦਾਰ ਹਾਂ, ਤਾਂ ਮੇਰੇ ਹੱਥ 'ਚ ਪਾਵਰ ਹੈਗੀ ਆ, ਤਾਂ ਮੈਨੂੰ ਇਹ ਪਤਾ ਲੱਗੇ ਨਾ ਕਿ ਪਿਛਲੇ ਸਮੇਂ ਨਾਲੋਂ ਹੁਣ ਕੀ ਚੇਂਜ ਆਈ ਆ, ਕਿਹੜੇ ਸਿਸਟਮ 'ਚ ਤਬਦੀਲੀ ਲੈ ਕੇ ਆ ਗਏ ਤੁਸੀਂ? ਕੀ ਤੁਸੀਂ ਇਹੋ ਜਿਹਾ ਫੈਸਲਾ ਲੈ ਲਿਆ ਜਿਹੜਾ ਹਾਂ ਜਿਹਦੇ ਨਾਲ ਤੁਸੀਂ ਆਪਾਂ ਕਹਿ ਸਕੇ ਕਿ ਸਿੱਖ ਕੌਮ ਦਾ ਜਿਹੜਾ ਸਿਰ ਉੱਚਾ ਹੋ ਗਿਆ ਹੋਵੇ ਕਿ ਹਾਂ ਉਹਨਾਂ ਦਾ ਜਥੇਦਾਰ ਹੈ, ਆਹ ਫੈਸਲਾ ਲੈ ਕੇ ਦਿਖਾਇਆ ਉਹਨੇ, ਇਹ ਕਿਸੇ ਦੇ ਦਬਾਅ 'ਚ ਨਹੀਂ ਲੱਗਦਾ, ਇਹ ਸੱਚੀ ਮੁੱਚੀ ਪੜ੍ਹੇ ਲਿਖਿਆ ਵਾਲੀ ਗੱਲ ਕੋਈ ਹੈ? ਉਹ ਇੱਦਾਂ ਦੀ ਕੋਈ ਗੱਲ ਤਾਂ ਹੋਵੇ ਨਾ, ਉਹ ਸਭ ਨੂੰ ਪਤਾ। ਸਾਨੂੰ ਇਹ ਗੱਲ ਇਹ ਨਹੀਂ ਹੈਗੀ ਕਿ ਅਸੀਂ ਗੱਲ ਕਰ ਰਹੇ ਹਾਂ ਤਾਂ ਹੀ ਪਤਾ ਹੈ। ਜਥੇਦਾਰ ਸਾਹਿਬ ਦਾ ਰੁਤਬਾ ਉੱਚਾ ਹੈ, ਰਹੇਗਾ ਵੀ, ਠੀਕ ਹੈ। ਇੱਕ ਪੋਸਟ ਹੈ ਤੁਹਾਨੂੰ ਸੌਂਪੀ ਹੈ, ਠੀਕ ਹੈ, ਉਹ ਵੱਡੀ ਪੋਸਟ ਹੈ, ਉਹ ਸਿਰਮੌਰ ਸੰਸਥਾ ਅਸੀਂ ਮੰਨਦੇ ਹਾਂ। ਸਿੱਖ ਉੱਥੇ ਐਂ ਕਹਿ ਲਓ ਕਿ ਆਪਣਾ ਸਭ ਕੁਛ ਉੱਥੇ ਵਾਰ ਦਿੰਦੇ ਨੇ, ਆਪਣੀ ਗਲਤੀ ਤੱਕ ਮੰਨ ਕੇ ਆਪਣੀ ਸਜ਼ਾ ਵੀ ਕਬੂਲ ਕਰ ਲੈਂਦੇ ਨੇ, ਪਰ ਉਹ ਗੱਲਾਂ ਹੁਣ ਰਹੀਆਂ ਕਿੱਥੇ ਨੇ? ਜਦੋਂ ਤੁਹਾਡਾ ਕੋਈ ਆਪਣਾ ਬੰਦਾ ਆਉਂਦਾ, ਤੁਹਾਨੂੰ ਕੋਈ ਪ੍ਰੈਸ਼ਰ ਪੈਂਦਾ, ਤੁਸੀਂ ਕਹਿ ਦਿੰਦੇ ਹੋ ਇਹਦੇ ਖਿਲਾਫ ਕਾਰਵਾਈ ਨਹੀਂ ਕੋਈ ਹੋਣੀ ਚਾਹੀਦੀ, ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ, ਤੇ ਸਖਤ ਸਜ਼ਾ ਕੀ ਹੈ ਫਿਰ? ਕਿਹੜੀ ਇਹੋ ਜਿਹੀ ਸਜ਼ਾ ਜਿਹਦੇ ਨਾਲ ਤੁਸੀਂ ਕਿਸੇ ਦੀ ਗਰੰਟੀ ਲੈ ਲਓ ਕਿ ਦੁਬਾਰਾ ਇਹ ਨਹੀਂ ਕਰੇਗਾ? ਯਾਰ ਸਾਡੇ ਵੱਲੋਂ ਤਾਂ ਪੂਰਾ ਜ਼ੋਰ ਲਾਏ, ਤੋਂ ਵੱਡੀ ਸਜ਼ਾ ਹੋ ਨਹੀਂ ਸਕਦੀ ਕੋਈ। ਇਹੋ ਜਿਹੀ ਕੋਈ ਹੈ? ਕੋਈ ਇੱਕ ਸਰੂਪ ਦੀ ਵੀ ਗੱਲ ਨਹੀਂ ਨਾ, ਕੋਈ ਇੱਕ ਅੱਧਾ ਸਰੂਪ ਹੋਵੇ ਤਾਂ ਵੀ ਕਹੀਏ 350 ਦੇ ਕਰੀਬ ਸਰੂਪਾਂ ਦਾ ਮਾਮਲਾ ਹੈ। ਸੁਖਵਿੰਦਰ, ਗੱਲ ਸਾਰੀ, ਚਾਹੇ ਉਹ ਗਾਇਬ ਸਰੂਪਾਂ ਦਾ ਮਾਮਲਾ, ਚਾਹੇ ਬੇਅਦਬੀ ਦਾ ਮਾਮਲਾ, ਚਾਹੇ ਬਰਗਾੜੀ ਤੋਂ ਸ਼ੁਰੂ ਕਰੀਏ ਆਪਾਂ ਗੱਲ, ਉੱਥੇ ਵੀ ਚੋਰੀ ਹੋਏ ਆ ਸਰੂਪ। ਕੌਣ ਕਹਿੰਦਾ ਨਹੀਂ ਹੋਏ? ਉੱਥੇ ਬਕਾਇਦਾ ਤੌਰ 'ਤੇ ਪੋਸਟਰ ਲੱਗੇ ਆ ਕਿ ਇੱਦਾਂ ਹੋਇਆ। ਉਹਨਾਂ ਮਾਮਲਿਆਂ ਦੇ ਵਿੱਚ ਕੀ ਬਿਆਨਬਾਜ਼ੀ ਹੈ? ਉਹਨਾਂ ਦੇ ਮਾਮਲਿਆਂ 'ਚ ਕੀ ਕਾਰਵਾਈ ਹੈ? ਤੁਸੀਂ ਕਿੱਥੇ ਤੱਕ ਪੈਰਵੀ ਕਰ ਰਹੇ ਹੋ? ਕੀ ਕਰ ਰਹੇ ਹੋ? ਧਰਨਿਆਂ ਦਾ ਕੀ ਸਿੱਟਾ ਨਿਕਲਿਆ? ਕਿਹੜੀ ਜਾਂਚ ਬਿਠਾਤੀ ਤੁਸੀਂ? ਆਪਣੇ ਪੱਧਰ 'ਤੇ ਤੁਹਾਡੇ ਕੋਲ ਕੀ ਨਹੀਂ ਹੈਗਾ? ਬਜਟ ਸ਼੍ਰੋਮਣੀ ਕਮੇਟੀ ਦਾ ਆਪਣਾ ਆ, ਠੀਕ ਹੈ, ਕਿ ਤੁਸੀਂ ਦੱਸੋ ਕਿ ਕਿਹੜੀ ਕਾਰਵਾਈ ਤੁਸੀਂ ਕਰ ਰਹੇ ਹੋ? ਉਹ ਚੀਜ਼ਾਂ ਸਾਰੀਆਂ ਗਾਇਬ ਨੇ। ਬਸ ਆਹੀ ਆ ਕਿ ਜਿਹੜਾ ਆਪਾਂ ਲੀਪਾ ਪੋਚੀ ਕਰਨਾ ਹੁੰਦਾ ਨਾ, ਉਹ ਸਾਹਮਣੇ ਆ ਰਿਹਾ ਹੌਲੀ ਹੌਲੀ। ਇਹਨਾਂ ਨੂੰ ਵੀ ਜਿਵੇਂ ਹੁਣ ਪਿਛਲੇ ਜਥੇਦਾਰਾਂ ਨੂੰ ਕਹਿਣ ਲੱਗ ਗਏ ਸੀਗੇ ਕਿ ਲੋਕ ਕਿ ਹਾਂ ਇਹ ਕਿਸੇ ਦੇ ਸਿਆਸੀ ਦਬਾਅ ਦੇ ਹੇਠ ਕੰਮ ਕਰ ਰਹੇ, ਇਹਨਾਂ ਨੂੰ ਵੀ ਕਹਿਣ ਲੱਗੇ ਆ। ਹੌਲੀ ਹੌਲੀ ਇਹਨਾਂ ਨੂੰ ਹਟਾ ਕੇ ਕਿਸੇ ਹੋਰ ਨੂੰ ਬਿਠਾ ਦੇਣਾ, ਜਦੋਂ ਲੱਗਿਆ ਕਿ ਇਹਨਾਂ 'ਤੇ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਹੁਣ ਉਤਰਨਾ ਸ਼ੁਰੂ ਹੋ ਗਿਆ, ਇਹਨਾਂ ਨੂੰ ਹਟਾ ਦੇਣਾ। ਇੱਕ ਗੱਲ ਹੋਰ ਇੱਥੇ ਮੈਂ ਕਰਨੀ ਚਾਹੁੰਦਾ ਕਿ ਜਦੋਂ ਇਹ ਕਾਰਜਕਾਰੀ ਜਥੇਦਾਰ ਨੇ,
ਅਸਲ ਦੇ ਵਿੱਚ ਜਿਹੜਾ ਉਹ ਜਥੇਦਾਰੀ ਇਹਨਾਂ ਕੋਲ ਨਹੀਂ, ਕਾਰਜਕਾਰੀ ਇੱਕ ਕਾਰਜਭਾਰ ਸੌਂਪਿਆ ਗਿਆ ਕਿ ਇਹਨਾਂ ਦੇ ਲਏ ਗਏ ਫੈਸਲੇ ਸਿੱਖ ਕੌਮ ਲਈ ਆਪਾਂ ਕਹਿੰਦੇ ਉਹਨਾਂ ਦੀ ਪੂਰੀ ਵੈਲਿਊ ਹੈ ਕਿ ਕੱਲ ਨੂੰ ਕੋਈ ਉਹਨਾਂ ਨੂੰ ਚੈਲੰਜ ਤਾਂ ਨਹੀਂ ਹੋਊ ਕਿਉਂਕਿ ਕਾਰਜਕਾਰੀ ਨੇ। ਠੀਕ ਹੈ, ਜਾਂ ਤਾਂ ਕਾਰਜਕਾਰੀ ਹਟਾ ਕੇ ਪ੍ਰੋਪਰ ਇਹਨਾਂ ਨੂੰ ਜਥੇਦਾਰੀ ਲਾਇਆ ਜਾਵੇ, ਇਹਨਾਂ ਦੇ ਨਾਂ ਤੋਂ ਅੱਗੋਂ ਕਾਰਜਕਾਰੀ ਹਟਾਇਆ ਜਾਵੇ, ਜਾਂ ਫਿਰ ਜੇ ਇਹ ਫੈਸਲੇ ਲੈ ਰਹੇ ਨੇ ਤਾਂ ਕਾਰਜਕਾਰੀ ਜਥੇਦਾਰ ਵੀ ਲੈ ਸਕਦਾ, ਤਾਂ ਜਥੇਦਾਰੀ ਦਾ ਫਿਰ ਲੋੜ ਕੀ ਹੈ? ਜਥੇਦਾਰ ਦੀ ਪੋਸਟ ਤਾਂ ਫਿਰ ਖਤਮ ਹੀ ਹੋਊਗੀ। ਕਾਰਜਕਾਰੀ ਬੰਦਾ ਕੋਈ ਵੀ ਬਿਠਾ ਦਿਓ, ਉਹ ਕਰ ਸਕਦਾ। ਅਤੇ ਕੱਲ੍ਹ ਨੂੰ ਇਹਨਾਂ ਦੇ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗਦੀ ਹੈ ਤਾਂ ਉਹ ਕਾਰਜਕਾਰੀ ਬੰਦਾ ਕਰ ਸਕਦਾ, ਫਿਰ ਉਹਦੇ ਫੈਸਲਿਆਂ ਦੇ ਉੱਤੇ ਸਿੱਖ ਕੌਮ ਨੂੰ ਚੱਲਣਾ ਚਾਹੀਦਾ। ਦੋ ਚੀਜ਼ਾਂ ਸਮਝੋ ਨਾ, ਇੱਕ ਤਾਂ ਜਥੇਦਾਰ ਮੇਨ ਹੋ ਗਿਆ ਜਿਹਦਾ ਮੰਨ ਲੈ ਕੇ ਸਿਰਮੌਰ ਸੰਸਥਾ ਦਾ ਮੁਖੀ ਹੈ ਇਹ, ਇੱਕ ਉਹਦਾ ਕਾਰਜਭਾਰ ਕਿਸੇ ਨੂੰ ਵੈਸੇ ਆਪਾਂ ਟੈਂਪਰੇਰੀ ਰੱਖਦੇ ਨੇ ਇਹਦਾ ਵੀ ਕਾਰਜਕਾਰੀ ਹੈ ਜੀ, ਜਦੋਂ ਤੱਕ ਥਾਪਿਆ ਨਹੀਂ ਜਾਂਦਾ ਉਦੋਂ ਤੱਕ ਇਹ ਬੰਦਾ ਕੰਮ ਕਰੂ, ਕਿ ਉਹਦੇ ਫੈਸਲਿਆਂ ਨੂੰ ਜਾਂ ਉਹਦੇ ਵੱਲੋਂ ਲਏ ਗਏ ਨਿਰਣਿਆਂ ਨੂੰ ਸਿੱਖ ਕੌਮ ਮੰਨੇਗੀ ਅੱਗੇ ਜਾ ਕੇ, ਕਿ ਉਹਦੇ ਫੈਸਲਿਆਂ ਨੂੰ ਜਥੇਦਾਰ ਕੋਈ ਨਵਾਂ ਬਿਠਾਇਆ ਜਾਊ ਚੈਲੰਜ ਤਾਂ ਨਹੀਂ ਕਰ ਦੂਗਾ ਅੱਗੇ। ਇਹ ਵੀ ਸੋਚਣ ਵਾਲੀ ਗੱਲ ਹੈਗੀ। ਇਹਨਾਂ ਸਾਰੀਆਂ ਗੱਲਾਂ ਤੋਂ ਇਦਾਂ ਲੱਗਦਾ ਜਿਵੇਂ ਜਥੇਦਾਰ ਸਾਹਿਬ ਵੀ ਮਹਿਸੂਸ ਕਰਦੇ ਹੋਣੇ ਕਿ ਜਿਹੜੇ ਫੈਸਲੇ ਉਹ ਲੈ ਰਹੇ ਨੇ ਜਾਂ ਨਹੀਂ ਲੈਣਾ ਚਾਹੁੰਦੇ ਉਹ ਵੀ ਉਹਨਾਂ ਨੂੰ ਸੁਣਾਉਣੇ ਪੈ ਜਾਂਦੇ ਨੇ, ਤੇ ਉਹ ਤੋਂ ਇਦਾਂ ਲੱਗਦਾ ਜਿਵੇਂ ਜਥੇਦਾਰ ਸਾਹਿਬ ਆਪ ਵੀ ਸੋਚਦੇ ਹੋਣੇ ਕਦੇ ਨਾ ਕਦੇ ਵੀ ਕਿੱਥੇ ਜਾਨ ਕੁੜਿੱਕੀ 'ਚ ਫਸ ਗਈ। ਉਹ ਕੰਮ ਹੋ ਗਿਆ ਨਾ। ਸੁਖਵਿੰਦਰ, ਪਹਿਲੇ ਤਾਂ ਗੱਲ ਇਹ ਹੈ ਕਿ ਜੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਜੇ ਯੋਗਤਾ ਰੱਖਦੇ ਨੇ ਫਿਰ ਇਹਨਾਂ ਨੂੰ ਜਥੇਦਾਰ ਕਿਉਂ ਨਹੀਂ ਬਣਾਇਆ ਜਾ ਰਿਹਾ, ਕਾਰਜਕਾਰੀ ਕਿਉਂ ਰੱਖਿਆ ਗਿਆ? ਜੇ ਯੋਗਤਾ ਨਹੀਂ ਰੱਖਦੇ ਫਿਰ ਇਹਨਾਂ ਦੇ ਫੈਸਲੇ ਕਿਉਂ ਦਵਾਏ ਜਾ ਰਹੇ ਨੇ? ਉਹ ਤਾਂ ਕਹਿੰਦੇ ਨੇ ਨਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਬਾਹਰ ਦਾ ਰਸਤਾ ਮੈਂ ਲਾ ਲਓ ਕਿ ਪਿੱਛੇ ਦੇ ਰਸਤੇ ਰਾਹੀਂ ਉਹਨਾਂ ਨੂੰ ਕੱਢ ਕੇ ਇਹਨਾਂ ਨੂੰ ਐਂਟਰ ਕੀਤਾ, ਤੇ ਉਹ ਸਾਰਾ ਜਿਹੜਾ ਹੁਣ ਇਹਨਾਂ ਨੂੰ ਕੱਲ ਨੂੰ ਇਹ ਨਾ ਹੋਵੇ ਕਿਤੇ ਇਹਨਾਂ ਨੂੰ ਵੀ ਕੋਈ ਪਿੱਛੇ ਦੇ ਰਸਤੇ ਰਾਹੀਂ ਕੱਢਣ ਦੀ ਲੋੜ ਪੈ ਜੇ, ਜਾਂ ਇਹ ਆਪ ਜੇ ਨਿਕਲਦੇ ਨੇ ਤੇ ਤਾਂ ਵੀ ਜਿਹੜਾ ਉਹ ਘਿਰਦੇ ਉਹੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਨਿਯੁਕਤ ਕੀਤਾ। ਫਿਰ ਇਹ ਗੱਲ ਸਾਫ਼ ਕਰ ਦੇਣੀ ਚਾਹੀਦੀ ਹੈ ਨਾ ਕਿ ਸਾਡੇ ਕੋਲ ਜਾਂ ਤਾਂ ਫਿਲਹਾਲ ਕੋਈ ਜਥੇਦਾਰ ਬਣਨ ਦੇ ਯੋਗ ਬੰਦਾ ਹੀ ਨਹੀਂ। ਇਹ ਗੱਲ ਕਰਨ ਫਿਰ ਜਾਂ ਤਾਂ ਸਾਫ਼ ਕਰ ਦੇਣੀ ਚਾਹੀਦੀ, ਜਾਂ ਫਿਰ ਉਹ ਕਹਿਣ ਕਿ ਇਹ ਬੰਦਾ ਯੋਗਤਾ ਨਹੀਂ ਹੈ ਫਿਲਹਾਲ, ਇਹ ਜਿਹੜੇ ਹੋਰ ਕਾਰਜਕਾਰ ਹੁੰਦੇ ਨੇ ਬਹੁਤ ਕੰਮ ਹੁੰਦੇ ਹੋਣਗੇ, ਹੋਰ ਵੀ ਦਫ਼ਤਰ ਦੇ ਵੀ ਕੰਮ ਹੁੰਦੇ ਹੋਣਗੇ, ਜਿੱਦਾਂ ਹੁਣ ਮਹਾਰਾਜ ਦੇ ਸਰੂਪ ਨੇ ਜਾਂ ਕੋਈ ਹੋਰ ਫੈਸਲੇ ਲੈਣੇ ਨੇ, ਉਹ ਥੋੜ੍ਹੇ ਛੋਟੇ ਮੋਟੇ ਫੈਸਲੇ ਲੈਣੇ, ਜਾਂ ਮਹਾਰਾਜ ਦੇ ਸਰੂਪ ਕਿਤੇ ਬਾਹਰ ਭੇਜਣੇ ਨੇ, ਕਿਤੇ ਲੋੜ ਹੈਗੀ ਹੈ ਇੱਦਾਂ ਦੇ ਫੈਸਲਿਆਂ ਦੇ ਵਿੱਚ, ਜੇ ਕਿਤੇ ਇਹਨਾਂ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਫੈਸਲਿਆਂ ਵਾਸਤੇ ਹੀ ਰੱਖਿਆ ਗਿਆ। ਅਤੇ ਉਹ ਚੀਜ਼ ਸਪਸ਼ਟ ਨਹੀਂ ਹੈਗੀ ਹਾਲੇ ਵੀ। ਉਹਨਾਂ ਨੂੰ ਐਂ ਕਹਿ ਲਓ ਕਿ ਇੱਕ ਘੇਰਾ ਤਿਆਰ ਕਰਿਆ ਹੋਇਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਇੱਕ ਵਿੱਚ ਵਾੜ ਲਿਆ ਬਸ। ਹੁਣ ਇਹਨਾਂ ਦੇ ਉੱਤੋਂ ਕੀ ਅੱਗੇ ਜਾ ਕੇ ਸਿਸਟਮ ਲਾਗੂ ਕਰਦੇ ਨੇ, ਜਾਂ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਤੋਂ ਕੰਮ ਲਿਆ ਜਾਂਦਾ, ਜਾਂ ਕਿਵੇਂ ਇਹਨਾਂ ਨੂੰ ਦਰਕਨਾਰ ਕਰਿਆ ਜਾਂਦਾ, ਜਾਂ ਉਸ ਪੋਸਟ 'ਤੇ ਬਿਠਾਇਆ ਜਾਂਦਾ ਹੈ, ਇਹ ਹੁਣ ਜਾਂ ਤਾਂ ਕੋਈ ਪਿੱਛੇ ਜਿਹੜੀ ਪਾਵਰ ਜਿਹਨੂੰ ਆਪਾਂ ਕਹਿੰਦੇ ਆ ਉਹ ਕੰਮ ਕਰ ਰਹੀ ਹੈ ਉਹੀ ਲਏਗੀ, ਜਾਂ ਸਿੱਖ ਕੌਮ ਆਪ ਲਏਗੀ। ਪਰ ਇਹ ਸਵਾਲ ਵਾਜਬ ਜ਼ਰੂਰ ਬਣ ਜਾਂਦਾ ਕਿ ਜੇ ਇਹ ਯੋਗ ਨੇ ਤਾਂ ਜਥੇਦਾਰ ਕਿਉਂ ਨਹੀਂ ਬਣਾਇਆ ਜਾ ਰਿਹਾ, ਤੇ ਜੇ ਯੋਗ ਨਹੀਂ ਹੈਗੇ ਤਾਂ ਇਹਨਾਂ ਤੋਂ ਫੈਸਲੇ ਕਿਉਂ ਇਹ ਫੈਸਲੇ ਕਿਉਂ ਲੈ ਰਹੇ ਨੇ, ਕਿਉਂ ਨਿਰਣੇ ਲੈ ਰਹੇ ਨੇ, ਉਹ ਸਪਸ਼ਟ ਹੋਣਾ ਚਾਹੀਦਾ ਇਹ ਗੱਲ। ਜੀ ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੋਪ ਦੀਆਂ ਪ੍ਰੋਗਰਾਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਸੁਖਿੰਦਰ ਸਿੰਘ ਨੂੰ ਇਜਾਜ਼ਤ ਦਿਓ, ਅਗਲੀ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਦੇ ਉੱਤੇ ਚਰਚਾ ਕਰਨ ਲਈ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।